बिस्मिल्लाहिर्रहमानिर्रहीम। नाज़रीन अस्सलाम वालेकुम। नाज़रीन अज असीं गल करांगे इमरान खान दा तोशाखाना केस, जिन्ना हाउस ते नवां जिन्ना हाउस ते उस तो इलावा नवां सूबा। ਇਹ ਅੱਜ ਦੀਆਂ ਝਟਪਟੀਆਂ ਖਬਰਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਤੇ ਗੱਲ ਹੋਏਗੀ, ਜਿੱਥੇ ਗੱਲ ਹੁੰਦੀ ਹੈ ਪਾਕਿਸਤਾਨ ਦੀ ਸੱਚੀਆਂ ਤੇ ਅਸਲੀਆਂ ਖਬਰਾਂ ਤੇ ਉਹਦੇ ਵਿੱਚ ਅੱਜ ਦੀਆਂ ਖਬਰਾਂ ਵਿੱਚ ਬੜੀ ਵੱਡੀ ਹਲਚਲ ਜਿਹੜੀ ਹੈ ਉਹ ਇਹ ਹੈ ਕਿ ਤੋਸ਼ਾਖਾਨਾ ਕੇਸ, ਜਿਨਾ ਹਾਊਸ ਦਾ ਕੇਸ ਮਸਲਾ ਤੇ ਪੀਟੀਆਈ ਦੇ ਅਸਤੀਫੇ ਤੇ ਖਾਜਾ ਆਸਫ ਦਾ ਨਵੇਂ ਸੂਬੇ ਬਣਾਉਣ ਵਾਲਾ ਬਿਆਨ ਤੇ ਉਰ ਤੇ ਦੇਖਦੇ ਆ ਕਿ ਇਹ ਕੀ ਕਹਿ ਰਹੇ ਨੇ। ਅੱਜ ਸ਼ੇਅਰ ਤੇ ਜ਼ਿਆਦਾ ਲਾਂਗੇ। ਅੱਜ ਇੱਕ ਤੇ ਜੁਮੇ ਵਾਲੇ ਦਿਨ ਜਿਹੜਾ ਹੈ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਦੇ ਖਿਲਾਫ ਤੋਸ਼ਾਖਾਨਾ 2 ਕੇਸ ਦੀ ਸਮਾਤ ਹੋਣੀ ਹੈ ਤੇ FIA ਦੇ ਜੱਜ ਜਿਹੜੇ ਨੇ ਸ਼ਾਹਰੁਖ ਖਾਨ ਅਜਮਤ ਵਾਲੀ ਸਮਾਤ ਕਰਨਗੇ ਤੇ ਕੋਈ ਹੋਰ ਵੀ ਗਵਾਹਾਂ ਦੇ ਰਿਕਾਰਡ ਬਿਆਨ ਕੀਤੇ ਜਾਣਗੇ। ਸਵਾਲ ਹੈ ਕਿ ਇਹ ਸਿਰਫ ਕਾਨੂੰਨ ਦੀ ਲੜਾਈ ਹੈ ਜਾਂ ਸਿਆਸਤ ਦਾ ਕੋਈ ਵੱਡਾ ਖੇਲ ਹੈ। ਤੁਹਾਡੀ ਰਾਏ ਇਹਦੇ ਚ ਇਸ ਵਾਸਤੇ ਜ਼ਰੂਰੀ ਹੈ ਕਿਉਂਕਿ ਇਹ ਪਾਕਿਸਤਾਨੀ ਕੌਮ ਤੋਂ ਇਲਾਵਾ ਕੋਈ ਬੰਦਾ ਇਹਨੂੰ ਫਾਈਨਲ ਨਹੀਂ ਕਰ ਸਕਦਾ। ਪਾਕਿਸਤਾਨੀ ਕੌਮ ਦਾ ਹੀ ਅਸਲ ਮਸਲਾ ਹੈ ਕਿ ਇਸ ਮੁਲਕ ਦੇ ਵਿੱਚ ਕਾਨੂੰਨ ਕਿਸ ਲੈਵਲ ਤੇ ਨੇ ਤੇ ਕਿਸ ਤਰ੍ਹਾਂ ਆਪਣਾ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਵੀ ਜਾਂਦੀਆਂ ਤੇ ਕਿਸ ਤਰ੍ਹਾਂ ਮਾਫ ਵੀ ਕੀਤੀਆਂ ਜਾਂਦੀਆਂ ਨੇ। ਇਹ ਇਸ ਕੌਮ ਨੇ ਦੇਖਿਆ ਕਿ 에ਅਰਪੋਰਟ ਤੇ ਜਿਹੜੇ ਨਾ ਉਹ ਗੁਲਾਮ ਬਣ ਕੇ ਜਾਂ ਕਿ ਅੰਗੂਠੇ ਵੀ ਲਵਾਏ ਗਏ ਨੇ ਤੇ ਜਨਾਬ ਜ਼ਮਾਨਤਾਂ ਦਿੱਤੀਆਂ ਗਈਆਂ ਨੇ। ਤੇ ਇਹ ਪਾਕਿਸਤਾਨ ਦੀ ਹਿਸਟਰੀ ਹੈ। ਇਹਦੇ ਵਿੱਚ ਪਾਕਿਸਤਾਨੀ ਕੌਮ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਬਿਹਤਰ ਫੈਸਲਾ ਕਰ ਸਕਦੀ ਹੈ ਕਿ ਇੱਥੇ ਹੁੰਦਾ ਕੀ ਪਿਆ ਹੈ। ਤੇ ਦੂਜਾ PTI ਦੇ ਅਰਕਾਨ ਦੇ ਜਿਹੜੇ ਅਸਤੀਫੇ ਨੇ ਉਹਦੇ ਵਿੱਚ PTI ਦੀ ਕਿਆਦਤ ਵੇਖਦਿਆਂ ਹੁਣ 52 ਅਰਕਾਨ ਜਿਹੜੇ ਨੇ ਕਾਇਮਾ ਕਮੇਟੀਆਂ ਤੋਂ ਅਸਤੀਫਾ ਦੇ ਚੁੱਕੇ ਨੇ। ਸਿਰਫ 5 ਬੰਦੇ ਬਚ ਗਏ ਨੇ ਜਿਨ੍ਹਾਂ ਨੇ ਨਹੀਂ ਅਸਤੀਫਾ ਦਿੱਤਾ ਹਾਲੇ ਤੱਕ। ਤੇ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਕੋਈ ਜਿਹੜੀ ਉਹ ਇੱਕ ਰਾਏ ਨਹੀਂ ਹੈਗੀ ਇਹਨਾਂ ਦੀ। ਇਮਰਾਨ ਖਾਨ ਦੀ ਇਹ ਗੱਲ ਮੰਨਣ ਦੇ ਚੱਕਰਾਂ 'ਚ ਨਹੀਂ ਗਏ। ਜਿਹੜੇ ਦੇਖੋ ਨਾ 52 ਦੇ ਆ ਗਏ ਨੇ ਤੇ ਹਾਲੀ 5 ਬੰਦੇ ਰਹਿੰਦੇ ਨੇ ਤੇ ਇਹ ਪਤਾ ਲੱਗੇਗਾ ਕਿ ਇਹਦੇ 'ਚ ਹੁਣ ਇਹਨਾਂ ਦਾ ਕੀ ਇਹਨਾਂ ਦੀ ਹਕਮਤ ਅਮਲੀ ਹੈ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਤੋਸ਼ਾਖਾਨਾ 2 ਕੇਸ ਦੇ ਵਿੱਚ ਜਿਹੜੀ ਸਮਾਤ ਹੈ ਨਾ ਉਹਦੇ ਵਿੱਚ ਅਗਰ ਫੈਮਿਲੀ ਗਈ ਨਾ ਤੇ ਇਮਰਾਨ ਖਾਨ ਦਾ ਫਿਰ ਧੂਆਂਦਾਰ ਬਿਆਨ ਸਾਹਮਣੇ ਆ ਜਾਣਾ ਹੈ ਤੇ ਇਹਨਾਂ ਦੀ ਵਾੜ ਲੱਗ ਜਾਣੀ ਹੈ। ਇਹ ਜਿਹੜੇ ਸਾਰੇ ਅੱਗੇ ਪਿੱਛੇ ਫਿਰਦੇ ਪਏ ਨੇ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਕਤਦਾਰ ਨਾਲ ਚਮੜੇ ਰਵਾਂਗੇ ਤੇ ਉਹ ਚਮੜੇ ਮੈਨੂੰ ਲੱਗਦੇ ਨਜ਼ਰ ਨਹੀਂ ਆ ਰਹੇ। ਇਮਰਾਨ ਖਾਨ ਦੀ ਗੇਮ ਤੇ ਸਿਆਸਤ ਦੋਵੇਂ ਸਮਝਣਾ ਪਏਗਾ ਕਿ ਇਹ ਜਮਾਤ ਦੇ ਲੋਕਾਂ ਨੂੰ ਕਿ ਇਮਰਾਨ ਖਾਨ ਕਿਸ ਤਰ੍ਹਾਂ ਅੰਦਰ ਬੈਠ ਕੇ ਸੋਚ ਰਹੇ ਨੇ। ਤੁਹਾਨੂੰ ਉਹਦੇ ਨਜ਼ਰੀਏ ਦੇ ਮੁਤਾਬਕ ਚੱਲਣਾ ਪਏਗਾ। ਉਹਦੇ ਨਜ਼ਰੀਏ ਦੀ ਵਜ੍ਹਾ ਨਾਲ ਤੁਹਾਨੂੰ ਖੰਬਿਆਂ ਨੂੰ ਵੋਟ ਮਿਲੇ ਨੇ। ਇਹ ਗੱਲ PTI ਦੇ ਲੋਕਾਂ ਨੂੰ ਆਪਣੇ ਦਿਮਾਗ ਵਿੱਚ ਰੱਖਣੀ ਚਾਹੀਦੀ ਕਿਉਂਕਿ ਕੌਮ ਦਾ ਬਰਾਹ ਰਾस्त ਜਿਹੜਾ ਕਨੈਕਸ਼ਨ ਹੈ ਉਹ ਇਮਰਾਨ ਖਾਨ ਨਾਲ ਜੁੜਿਆ ਹੈ। ਤੇ ਜਿਹੜਾ ਅਲੀਮਾ ਖਾਨ ਦੇ ਪੁੱਤਰ ਦੀ ਜ਼ਮਾਨਤ ਹੋਈ ਹੈ, ਇਸ ਤੋਂ ਪਹਿਲੇ ਇੱਕ ਪੁੱਤਰ ਦੀ ਜ਼ਮਾਨਤ ਹੋਈ ਤੇ ਅੱਜ ਦੂਜੇ ਪੁੱਤਰ ਦੀ ਵੀ ਜ਼ਮਾਨਤ ਹੋ ਗਈ ਹੈ। ਲਾਹੌਰ ਦਾ ਇੰਤਸਾਦ ਦਹਿਸ਼ਤਗਰਦੀ ਦੀ ਅਦਾਲਤ ਨੇ ਅਲੀਮਾ ਖਾਨ ਦੇ ਜਿਹੜਾ ਪੁੱਤਰ ਹੈ ਸ਼ੇਰ ਸ਼ਾਹ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਕੇਸ ਜਿਹੜਾ 9 ਮਈ ਵਾਲੇ ਦਿਨ ਜਿਨਾ ਹਾਊਸ ਹਮਲੇ ਦੇ ਨਾਲ ਜੁੜਿਆ ਹੋਇਆ ਸੀ ਤੇ ਇਮਰਾਨ ਖਾਨ ਦੀਆਂ ਭੈਣਾਂ ਅਦਾਲਤ ਵਿੱਚ ਮੌਜੂਦ ਸਨ ਤੇ ਸਿਆਸਤ ਤੇ ਹੁਣ ਜ਼ਮਾਨਤ ਮਿਲ ਗਈ ਹੈ ਤੇ ਇਹਦਾ ਮਤਲਬ ਤੇ ਇਹ ਹੀ ਹੈ ਕਿ ਇਹ ਕੇਸ ਝੂਠੇ ਹੀ ਸਨ ਤੇ ਜ਼ਬਰਦਸਤੀ ਦਬਾਅ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਅਸੀਂ ਪ੍ਰੈਸ਼ਰ ਪਾ ਲਈਏ ਤੇ ਕੰਮ ਛੁਡਾ ਲਈਏ ਕਿਉਂਕਿ ਲੇਕਿਨ ਉਸ ਦਾ ਵੱਡਾ ਕੰਮ ਇਹ ਹੋਇਆ ਕਿ ਇਮਰਾਨ ਖਾਨ ਨਾਲ ਮੁਲਾਕਾਤ ਹੋ ਗਈ ਤੇ ਇਮਰਾਨ ਖਾਨ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਕਿ ਸਾਰਿਆਂ ਨੂੰ ਜੇਲ੍ਹ 'ਚ ਪਾ ਦਿਓਗੇ ਨਾ ਤੇ ਮੇਰੀ ਗੱਲ ਉੱਥੇ ਹੀ ਜੇ ਤੇ ਉੱਥੋਂ ਮੈਂ ਕੋਈ ਨਹੀਂ ਜੇ ਹਿੱਲਣਾ। ਤੇ ਇਹ ਇਹਨਾਂ ਨੂੰ ਜਿਹੜਾ ਵਕਤਾ ਪੈ ਗਿਆ ਤੇ ਇਹਨਾਂ ਕੋਲ ਕੇਸ ਦੇ ਵਿੱਚ ਆ ਜਾ ਕੇ ਇਹਨਾਂ ਕੋਲ ਲੱਭਿਆ ਪਤਾ ਕੀ ਹੈ ਡੰਡਾ। ਤੇ ਇਹ ਸਾਡੇ ਕਾਨੂੰਨ ਦੀ ਹਾਲਤ ਹੈ ਕਿ ਡੰਡੇ ਤੋਂ ਇਲਾਵਾ ਇਹਨਾਂ ਨੂੰ ਲੱਭਦਾ ਕੁਝ ਨਹੀਂ। ਜਾਂ ਕੌਮ ਨੂੰ ਮਾਰਨਾ ਹੋਵੇ ਤਾਂ ਵੀ ਡੰਡਾ ਤੇ ਕੌਮ ਕੋ ਬਰਾਮਦ ਕਰਨਾ ਹੋਵੇ ਤੇ ਉਹ ਵੀ ਡੰਡਾ। ਤੇ ਉਸ ਤੋਂ ਇਲਾਵਾ ਸ਼ਿਬਲੀ ਫਰਾਜ਼ ਤੇ ਕਮਲ ਚੌਧਰ ਦਾ ECL ਦਾ ਚੱਕਰ ਹੈ। ਸ਼ਿਬਲੀ ਫਰਾਜ਼ ਤੇ ਕਮਲ ਚੌਧਰ ਨੂੰ ਅਦਾਲਤ ਦੇ ਵਿੱਚ ਸ਼ਿਕਾਇਤ ਲਾਈ ਸੀ ਕਿ ਸਾਡੇ ਨਾਲ ਜਿਹੜੇ ਨਾ ਉਹ ECL ਵਿੱਚ ਕਿਉਂ ਨਹੀਂ ਹਟਾਏ ਗਏ ਤੇ ਅਦਾਲਤ ਨੇ ਸਾਫ਼ ਕਹਿ ਦਿੱਤਾ ਕਿ ਧੂਨੇ ਅਦਾਲਤ ਦੀ ਦਰਖਾਸਤ ਨਹੀਂ ਜਾਏਗੀ। ਯਾਨੀ ਅਦਾਲਤ ਵੀ ਹੁਣ ਸਖਤ ਮੂਡ ਵਿੱਚ ਲੱਗਦੀ ਹੈ ਕਿ ਨਹੀਂ ਲੱਗਦੀ ਇਹ ਤੇ ਹੁਣ ਇਹਨਾਂ ਦੇ ਅੱਗੋਂ ਫੈਸਲੇ ਤੇ ਪਤਾ ਲੱਗੇਗਾ। ਫਿਲਹਾਲ ਜਿਹੜਾ ਵੇ ਉਹ ਅਦਾਲਤ ਦੇਖਦੇ ਆ ਕਿ ਕੀ ਕਰਦੀ ਹੈ। ਤੇ ਜਿਹੜੀ ਤੀਜੀ ਵੱਡੀ ਖਬਰ ਹੈ ਕਿ ਖਾਜਾ ਆਸਫ ਸਾਹਿਬ ਨੇ ਕਿਹਾ ਹੈ ਕਿ ਨਵੇਂ ਸੂਬੇ ਇੱਕ ਸਵਾਲੀਆ ਨਿਸ਼ਾਨ ਨੇ। ਵਜ਼ੀਰ ਦਫਾਅ ਖਾਜਾ ਆਸਫ ਦਾ ਕਹਿਣਾ ਹੈ ਕਿ ਜੇ ਦੁਨੀਆ ਵਿੱਚ ਸੂਬੇ ਬਣ ਸਕਦੇ ਨੇ ਤੇ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਬਣ ਸਕਦੇ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਗੱਲ ਐਡੀ ਵੱਡੀ ਦੇਰ ਤੋਂ ਚੁੱਪ ਪਈ ਸੀ ਲੇਕਿਨ ਹੁਣ ਇਹ ਗੱਲ ਖੁੱਲ ਚੁੱਕੀ ਹੈ, ਸਾਰੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਕਿ ਇਹ ਹੁਣ ਨਵੇਂ ਸੂਬੇ ਵੱਲ ਜਾ ਰਹੇ ਨੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਆ ਆਵਾਮ ਨੇ ਇਹਨਾਂ ਨੂੰ ਇਹ ਮੈਂਡੇਟ ਦਿੱਤਾ ਹੈ? ਕਿਆ ਆਵਾਮ ਦੇ ਵੋਟਾਂ ਨਾਲ ਆਏ ਨੇ? ਨਵੇਂ ਸੂਬੇ ਬਣਾਉਣ ਵਿੱਚ ਕੋਈ ਹਰਜ ਨਹੀਂ ਗੱਲ, ਲੇਕਿਨ ਇਹ ਗੱਲ ਜ਼ਿਹਨ 'ਚ ਰੱਖੋ
ਕਿ ਜਿੰਨੀ ਦੇਰ ਤੱਕ ਆਵਾਮ ਦਾ ਜਿਹੜਾ ਵੋਟ ਹੈ ਜਿਨ੍ਹਾਂ ਨੂੰ ਪਿਆ ਹੈ ਉਹ ਨੁਮਾਇੰਦੇ ਆ ਕੇ ਫੈਸਲਾ ਕਰਨ। ਇਹਨਾਂ ਨੂੰ ਤੇ ਇਹ ਪਤਾ ਕਿ ਸਾਨੂੰ ਫਾਰਮ 47 ਦੇਣਾ ਤੇ ਅਸੀਂ ਫੇਰ ਆ ਕੇ ਬਹਿ ਜਾਣਾ। ਔਰ ਹਲਕਾ ਬੰਦੀਆਂ ਵੀ ਜਿਹੜੀਆਂ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਆਪਣੀ ਮਰਜ਼ੀ ਦਾ ਲਾਇਆ ਤੇ ਉਸ ਤੋਂ ਬਾਅਦ ਹਲਕਾ ਬੰਦੀਆਂ ਜਿਹੜੀਆਂ ਹੋਈਆਂ ਉਹ ਕਿਵੇਂ ਹਲਕੇ ਕੱਟੇ ਗਏ ਨੇ ਕਿ ਉਹਨੂੰ ਉਧਰ ਸੁੱਟ ਦਿੱਤਾ, ਉਹਨੂੰ ਉਧਰ ਸੁੱਟ ਦਿੱਤਾ। ਬਲਕਿ ਜਿਹੜਾ ਵੋਟ ਉਸ ਹਲਕੇ 'ਚ ਬਣਦਾ ਸੀ ਉਹਨੂੰ ਕਿੰਨੀ ਕਿਲੋਮੀਟਰ ਦੂਰ ਜਾ ਕੇ ਸੁੱਟ ਦਿੱਤਾ। ਵਜ੍ਹਾ ਕੀ ਸੀ ਕਿ ਇਮਰਾਨ ਖਾਨ ਨੂੰ ਵੋਟ ਨਾ ਪਵੇ। ਲੇਕਿਨ ਇਹਨਾਂ ਦੀ ਤੇ ਮੱਤ ਮਾਰੀ ਗਈ ਸੀ। ਉਹਦੀ ਵਜ੍ਹਾ ਹੈ ਕਿ ਇਮਰਾਨ ਖਾਨ ਨਾਲ ਤੇ 90% ਕੌਮ ਇਮਰਾਨ ਖਾਨ ਦੇ ਨਾਲ ਸੀ ਤੇ ਇਹਨਾਂ ਦੀ ਸਾਰੀਆਂ ਜਿਹੜੀਆਂ ਹਕਮਤ ਅਮਲੀਆਂ ਨੇ ਨਾ ਉਹ ਵੜ ਗਈਆਂ। ਤੇ ਇਹੀ ਅੱਜ ਦੀਆਂ ਖਬਰਾਂ ਵੱਡੀਆਂ ਸਨ ਜਿਹਦੇ ਵਿੱਚ ਇਹ ਗੱਲ ਜਿਹੜੀ ਨਜ਼ਰ ਆਉਂਦੀ ਹੈ ਕਿ ਕੌਮ ਦਾ ਸ਼ਊਰ ਜਿਹੜਾ ਹੈ ਨਾ ਉਹ ਬਹੁਤ ਉੱਤੇ ਚਲਾ ਗਿਆ ਹੈ। ਤੇ ਗੱਲ ਹੀ ਸਾਰੀ ਸ਼ਊਰ ਦੀ ਹੈ, ਸੋਚ ਦੀ ਹੈ ਤੇ ਸਾਡੀ ਸਿਆਸਤ ਦੇ ਹਾਲ ਦੀ ਹੈ। ਤੁਹਾਡੀ ਰਾਏ ਕੀ ਹੈ ਇਹਦੇ 'ਚ ਤੁਸੀਂ ਦੱਸਣਾ ਹੈ ਕਿ ਤੁਸੀਂ ਕੀ ਸਮਝਦੇ ਹੋ ਕਿ ਕੀ ਬਿਹਤਰ ਹੈਗਾ ਵੇ। ਤੇ ਇਹ ਸਾਰੀਆਂ ਖਬਰਾਂ ਦੇ ਵਿੱਚ ਜ਼ਾਹਰ ਨਵੇਂ ਸੂਬਿਆਂ ਦੇ ਹਵਾਲੇ ਨਾਲ ਤੇ ਬਾਕੀ ਚੀਜ਼ਾਂ ਦੇ ਹਵਾਲੇ 'ਚ ਫੈਸਲਾ ਕਰਨ ਵਾਲੇ ਤੁਸੀਂ ਹੋ, ਕਿਉਂਕਿ ਅੱਲਾਹ ਤੋਂ ਬਾਅਦ ਇਸ ਕੌਮ ਦਾ ਇਸ ਮੁਲਕ ਦੇ ਵਾਰਿਸ ਜਿਹੜੇ ਵੇ ਉਹ ਪਾਕਿਸਤਾਨ ਦੀ ਆਵਾਮ ਹੈ। ਹੁਣ ਤੱਕ ਲਈ ਨਾਜ਼ਰੀਨ ਇੰਨਾ ਹੀ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾਹ।